ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਅਨੇਕ ਤਰ੍ਹਾਂ ਦੀਆਂ ਲੀਲਾਵਾਂ ਕੌਤਕ ਕਰ ਰਹੇ ਹਨ। ਸੋ ਜੇਠ ਮਹੀਨੇ ਦੀ ਗ੍ਰੀਖਮ ਗਰਮੀ ਦੇ ਕਾਰਨ ਬਹੁਤ ਤਪਸ਼ ਪੈ ਰਹੀ ਸੀ ਕਿ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਆਪਣੇ ਬਾਲ ਸਖਾਵਾਂ ਨੂੰ ਨਾਲ ਲੈ ਕੇ ਤੇ ਸਤਲੁਜ ਦਰਿਆ ਤੇ ਇਸ਼ਨਾਨ ਕਰਨ ਵਾਸਤੇ ਗਏ ਹੈ। ਸਤਲੁਜ ਦਰਿਆ ਦੇ ਵਿੱਚ ਬਸਤਰ ਲਾ ਕੇ ਜਿਸ ਵੇਲੇ ਪ੍ਰਵੇਸ਼ ਹੋਏ ਹੈ ਤਾਂ ਸਤਿਗੁਰਾਂ ਨੇ ਫਿਰ ਮਿਲ ਕੇ ਸਖਾਵਾਂ ਦੇ ਨਾਲ ਆਪਣੇ ਮਿੱਤਰਾਂ ਭਰਾਵਾਂ ਨਾਲ ਮਿਲ ਕੇ ਤੇ ਜੰਗ ਦੀ ਖੇਡ ਜਿਹੜੀ ਹੈ ਇਹ ਕਰਨ ਵਾਸਤੇ ਕਿਹਾ ਕਿ ਆਪਾਂ ਖੇਲ ਖੇਲ ਵਿੱਚ ਜੰਗ ਕਰੀਏ। ਦੋ ਧੜੇ ਬਣਾ ਲਏ ਗਏ, ਇੱਕ ਪਾਸੇ ਕਲਗੀਧਰ ਪਾਤਸ਼ਾਹ ਆਪ ਹਨ ਤੇ ਦੂਜੇ ਪਾਸੇ ਬਾਲਕਾਂ ਦੇ ਜਿਹੜੇ ਮੁਖੀ ਬਣਾਏ ਹੈ ਉਹ ਭਾਈ ਗੁਲਾਬ ਰਾਏ ਜੀ ਹੈ। ਦੋਨੋਂ ਹੀ ਤਰਫ ਪਾਣੀ ਵਿੱਚ ਖਲੋ ਕੇ ਤੇ ਬਲਪੂਰਵਕ ਜਲ ਦੇ ਛਿੱਟੇ ਇੱਕ ਦੂਜੇ ਦੇ ਤੇ ਮਾਰਨ ਲੱਗੇ। ਦੂਓ ਦੂ ਬਾਲਕ ਇੱਕ ਦੂਜੇ ਤੇ ਜਲ ਦੇ ਛਿੱਟੇ ਮਾਰਦੇ ਹੈ। ਕਈ ਵਿਚਲਿਤ ਹੋ ਕੇ ਤੇ ਨੱਠਣਾ ਚਾਹੁੰਦੇ ਆ, ਦੂਜੇ ਉਹਨਾਂ ਨੂੰ ਫਿਰ ਫੜ ਲਿਆਉਂਦੇ ਆ। ਇਉਂ ਬਾਲ ਲੀਲਾ ਕਲਗੀਆਂ ਵਾਲੇ ਪਾਤਸ਼ਾਹ ਬਾਲਕ ਸਖਾਵਾਂ ਦੇ ਨਾਲ ਮਿਲ ਕੇ ਕਰ ਰਹੇ ਆ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਸਨਮੁਖ ਗੁਲਾਬ ਰਾਏ ਹੈ। ਦੋਨੋਂ ਹੀ ਜਲ ਦੇ ਛਿੱਟੇ ਬਲਪੂਰਵਕ ਮਾਰ ਰਹੇ ਹਨ ਤੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਵੱਲੋਂ ਸ਼ੀਘਰਤਾ ਨਾਲ ਤੇ ਤੇਜ਼ੀ ਦੇ ਨਾਲ ਜਲ ਦੇ ਛਿੱਟੇ ਅਧਿਕ ਵੱਜਣੇ ਕਰਕੇ ਗੁਲਾਬ ਰਾਏ ਵਿਚਲਿਤ ਹੋ ਗਿਆ, ਵਿਆਕੁਲ ਹੋ ਗਿਆ। ਅੱਖਾਂ ਖੁੱਲ੍ਹਦੀਆਂ ਨਹੀਂ, ਨਾਸਿਕਾਂ 'ਚ ਪਾਣੀ ਪੈ ਗਿਆ ਤੇ ਜਲ 'ਚੋਂ ਨਿਕਲ ਕੇ ਬਾਹਰ ਚੱਲ ਪਿਆ। ਬਾਲਕਾਂ ਨੇ ਪਕੜਨਾ ਚਾਹਿਆ ਪਰ ਝਕਾਨੀ ਦੇ ਕੇ ਗੁਲਾਬ ਰਾਏ ਜੀ ਨੱਠ ਤੁਰਿਆ ਤੇ ਜਿਸ ਵੇਲੇ ਬਾਹਰ ਨਿਕਲਿਆ ਗੁਲਾਬ ਰਾਏ ਜੀ, ਬਾਕੀ ਬਾਲਕ ਪਕੜਨਾ ਚਾਹੁੰਦੇ ਆ ਪਰ ਨਹੀਂ ਪਕੜੇ ਜਾ ਰਹੇ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਕਸਾ ਗੁਲਾਬ ਰਾਏ ਤਤਕਾਲਾ। ਗੁਲਾਬ ਰਾਏ ਬੜੀ ਛੇਤੀ ਨਾਲ ਦਰਿਆ ਦੇ ਵਿੱਚੋਂ ਸਤਲੁਜ ਵਿੱਚੋਂ ਬਾਹਰ ਨਿਕਲਿਆ। ਜਲ ਆਂਖਨ ਮਹਿ ਭਇਓ ਬਿਹਾਲਾ। ਅੱਖਾਂ ਵਿੱਚ ਜਲ ਪੈ ਗਿਆ, ਨਾਸਿਕਾਂ ਵਿੱਚ ਜਲ ਪੈ ਗਿਆ ਤੇ ਗੁਲਾਬ ਰਾਏ ਬੜੇ ਬੇਹਾਲ ਹੋ ਗਏ। ਜਲ ਤੇ ਨਿਕਸਾ ਧਾਏ ਕਰ ਆਏ। ਜਲ ਚੋਂ ਨਿਕਲ ਕੇ ਤੇ ਗੁਲਾਬ ਰਾਏ ਧਾਏ ਨਾਮ ਦੌੜ ਕੇ ਆਇਆ। ਸ਼੍ਰੀ ਗੁਰ ਕੀ ਲਈ ਭਾਗ ਉਠਾਏ। ਤੇ ਜਲ ਤੋਂ ਬਾਹਰ
ਘਾਹ ਦੇ ਉੱਤੇ ਚਾਦਰਾ ਵਿਛਾ ਕੇ ਤੇ ਸਾਰੇ ਬਾਲਕਾਂ ਨੇ ਆਪਣੇ ਆਪਣੇ ਬਸਤਰ ਰੱਖੇ ਹੋਏ ਸਨ ਤੇ ਸਤਿਗੁਰਾਂ ਦੇ ਬਸਤਰ ਵੀ ਉੱਥੇ ਹੀ ਪਏ ਸਨ ਤੇ ਸਤਿਗੁਰਾਂ ਦਾ ਦਸਤਾਰਾ ਵੀ ਉੱਥੇ ਹੀ ਸੀ। ਜਦੋਂ ਦੌੜਿਆ ਆਇਆ ਗੁਲਾਬ ਰਾਏ ਬੜਾ ਵਿਆਕੁਲ ਹੋਇਆ ਤੇ ਆਉਂਦਿਆਂ ਹੀ ਇਸ ਨੇ ਸ੍ਰੀ ਗੁਰ ਕੀ ਲਈ ਪਾਗ ਉਠਾਈ। ਸਤਿਗੁਰਾਂ ਦੀ ਪੱਗ, ਗੁਰਾਂ ਦਾ ਦਸਤਾਰਾ ਇਹਨੇ ਚੁੱਕ ਲਿਆ। ਨਿਜ ਸਿਰ ਧਰ ਕਰ ਦੌੜਨ ਕਰਿਓ। ਤੇ ਆਪਣੇ ਸਿਰ ਦੇ ਉੱਤੇ ਰੱਖ ਕੇ ਤੇ ਦੌੜ ਪਿਆ, ਭੱਜ ਪਿਆ। ਤਬ ਸੰਗੋ ਤਿਹ ਜਾਤ ਨਿਹਰਿਓ। ਭਾਈ ਸੰਗੋ ਸ਼ਾਹ ਜੀ ਨੇ ਗੁਲਾਬ ਰਾਏ ਨੂੰ ਸਤਿਗੁਰਾਂ ਦੀ ਦਸਤਾਰ ਲੈ ਕੇ ਤੇ ਦੌੜਦੇ ਜਾਂਦੇ ਹੋਏ ਨੂੰ ਵੇਖਿਆ। ਗਹਿ ਬੇਧਾਇਓ ਊਚਾ ਉਚਾਰਾ। ਗੁਲਾਬ ਰਾਏ ਨੂੰ ਪਕੜਨ ਵਾਸਤੇ ਭਾਈ ਸੰਗੋ ਸ਼ਾਹ ਜੀ ਨਾਲੇ ਤੇ ਪਿੱਛੇ ਨੱਠੇ ਐ ਤੇ ਨਾਲੇ ਉੱਚੀ ਆਵਾਜ਼ ਦੇ ਕੇ ਕਿਹਾ, ਸਿਰ ਪਰ ਤੋਵ ਗੁਰ ਕੀ ਦਸਤਾਰਾ। ਗੁਲਾਬ ਰਾਏ, ਤੁਹਾਡੇ ਸਿਰ ਤੇ ਸਤਿਗੁਰਾਂ ਦੀ ਦਸਤਾਰ ਆ ਗਈ ਹੈ, ਤੁਸੀਂ ਸਤਿਗੁਰਾਂ ਦੀ ਦਸਤਾਰ ਲੈ ਗਏ ਹੋ। ਆਪਣੀ ਲਿਹੋ ਪਛਾਣ ਕੈ ਆਏ। ਤੇ ਵਾਪਸ ਮੁੜੋ, ਨਹੀਂ ਜਲ ਵਿੱਚ ਆਉਣਾ ਤੇ ਨਾ ਆਓ। ਖੇਲ ਵਿੱਚੋਂ ਬਾਹਰ ਨਿਕਲਣਾ ਤੇ ਤਾਂ ਵੀ ਕੋਈ ਗੱਲ ਨਹੀਂ ਹੈ, ਪਰ ਸਤਿਗੁਰਾਂ ਦੀ ਦਸਤਾਰ ਰੱਖ ਕੇ ਆਪਣੀ ਦਸਤਾਰ ਲੈ ਕੇ ਜਾਓ। ਮਤ ਥਿਰ ਰਹੀ ਨਾ ਜਲ ਵਿਚਲਾਏ। ਜਲ ਨੇ ਵਿਚਲਿਤ ਕਰ ਦਿੱਤਾ ਗੁਲਾਬ ਰਾਏ ਨੂੰ। ਗੁਲਾਬ ਰਾਏ ਦੀ ਮਤ ਬੁੱਧੀ ਸਥਿਰ ਨਹੀਂ ਰਹੀ। ਸੁਨਤ ਡਰਿਓ ਪੁਨ ਹਟ ਕਰ ਆਵਾ। ਜਦੋਂ ਸੁਣਿਆ ਕਿ ਗੁਰਾਂ ਦਾ ਦਸਤਾਰਾ ਮੈਂ ਆਪਣੇ ਸਿਰ ਤੇ ਰੱਖ ਕੇ ਆ ਗਿਆ, ਮਨ ਵਿੱਚ ਡਰ ਹੈ, ਮਨ ਵਿੱਚ ਭੈ ਹੈ ਤੇ ਗੁਲਾਬ ਰਾਏ ਵਾਪਸ ਮੁੜਿਆ। ਜਹ ਸਭਹਿਨ ਪਟ ਬ੍ਰਿੰਦ ਧਰਾਵਾ। ਜਿੱਥੇ ਸਾਰੇ ਬਾਲਕਾਂ ਦੇ ਬਸਤਰ ਪਏ ਹੋਏ ਸਨ, ਆਪਣੀ ਪਗਿਆ ਕੀਨ ਚਿਨਾਰੀ। ਆ ਕੇ ਨਾਲੇ ਅੱਖਾਂ ਪੂੰਝਦਾ, ਮਸਾਂ ਮਸਾਂ ਨੇਤਰ ਖੁੱਲ ਰਹੇ ਹੈ ਤੇ ਆਪਣੇ ਦਸਤਾਰੇ ਦੀ, ਆਪਣੀ ਪੱਗ ਦੀ ਪਛਾਣ ਕਰਦਾ ਉਥੋਂ। ਚਾਹਤ ਸਿਰ ਕੀ ਧਰੋਂ ਉਤਾਰੀ। ਚਾਹੁੰਦਾ ਹੈ ਕਿ ਜੋ ਸਿਰ ਤੇ ਰੱਖੀ ਹੈ ਸਤਿਗੁਰਾਂ ਦੀ ਹੈ, ਇਹ ਪੱਗ ਮੈਂ ਰੱਖ ਦਿਆਂ ਤੇ ਆਪਣੀ ਜਿਹੜੀ ਪੱਗ ਹੈ ਉਹ ਮੈਂ ਲੈ ਲਵਾਂ। ਜਬ ਹੈ ਸੀਸ ਕੋ ਹਾਥ ਚਲਾਇਓ। ਜਦੋਂ ਆਪਣੇ ਸੀਸ, ਆਪਣੇ ਸਿਰ ਵੱਲ ਹੱਥ ਇਹਨੇ ਚੁੱਕਿਆ, ਜੋ ਸਿਰ ਤੇ ਦਸਤਾਰਾ ਉਹ ਲਾਉਣ ਵਾਸਤੇ। ਸ਼੍ਰੀ ਕਲਗੀਧਰ ਨੇ ਦਰਸਾਇਓ। ਤੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਗੁਲਾਬ ਰਾਏ ਨੂੰ ਦਸਤਾਰ ਲਾਉਣ ਲੱਗਿਆਂ ਵੇਖ ਲਿਆ। ਕਰਿਓ ਬਾਕ ਅਬ ਨਹੀਂ ਉਤਾਰੋ। ਇਹ ਸਤਿਗੁਰਾਂ ਵਚਨ ਕੀਤਾ, ਬਚਨ ਕਿਹਾ ਕਿ ਗੁਲਾਬ ਰਾਏ ਹੁਣ ਨਾ ਇਹ ਪੱਗ ਲਾਓ, ਇਹ ਦਸਤਾਰਾ ਇਸੇ ਤਰ੍ਹਾਂ ਰਹਿਣ ਦਿਓ। ਇਹੀ ਭਾਗ ਨਿਜ ਸਿਰ ਪਰ ਧਾਰੋ। ਜਿਹੜੀ ਦਸਤਾਰ ਸਿਰ ਤੇ ਰੱਖ ਲਈ ਹੈ, ਹੁਣ ਇਹੀ ਦਸਤਾਰ ਸਿਰ ਤੇ ਰੱਖੋ। ਏਕ ਸਮੈ ਐਸੋ ਹੋਏ ਜਾਈ। ਇੱਕ ਐਸਾ ਵੀ ਸਮਾਂ ਆਵੇਗਾ, ਤੂੰ ਪੈ ਹੈ ਪਗਿਆ ਗੁਰਿਆਈ। ਇਹ ਗੁਲਾਬ ਰਾਏ, ਤੂੰ ਗੁਰਿਆਈ ਦੀ ਪੱਗ ਜਿਹੜੀ ਹੈ ਉਹਨੂੰ ਪ੍ਰਾਪਤ ਕਰੇਗਾ। ਅਬ ਲਾਇਕ ਪਗਿਆ ਇਹ ਤੇਰੇ। ਇਹ ਪਗਿਆ, ਇਹ ਦਸਤਾਰ ਹੁਣ ਤੇਰੇ ਹੀ ਸੀਸ ਤੇ ਧਾਰਨ ਯੋਗ ਹੈ। ਕਬ ਹੈ ਦੇਹ ਪਦ ਤੋਹੇ ਉਚੇਰੇ। ਕਦੇ ਸਮਾਂ ਆਵੇਗਾ
ਤੇ ਤੈਨੂੰ ਵੀ ਉੱਚਾ ਪਦ ਜਿਹੜਾ ਹੈ ਉਹ ਦੇਵਾਂਗੇ, ਉੱਚਾ ਪਦ ਬਖਸ਼ਾਂਗੇ। ਰਾਸ ਕਰੇ ਸੁਨ ਕੈ ਗੁਰ ਬੈਨ। ਸਤਿਗੁਰਾਂ ਦੇ ਬਚਨ ਸੁਣੇ ਹੈ ਤੇ ਸੁਣ ਕੇ ਮਨ ਵਿੱਚ ਡਰਿਆ ਹੈ, ਗੁਲਾਬ ਰਾਏ ਭੈ ਭੀਤ ਹੋਇਆ। ਦੇਖ ਅਨੁਚਿਤੀ ਮਨ ਰਿਸ ਹੈ ਨਾ। ਤੇ ਸੋਚਦਾ ਹੈ ਕਿ ਗੱਲ ਤੇ ਅਨੁਚਿਤ ਹੋਈ ਹੈ, ਇਹ ਜੋ ਹੋਇਆ ਹੈ ਇਹ ਅਨੁਚਿਤ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ ਆਸਣ ਤੇ ਸੁਸ਼ੋਭਤ ਹਨ ਤੇ ਇਹਨਾਂ ਦੀ ਦਸਤਾਰ ਮੈਂ ਆਪਣੇ ਸੀਸ ਤੇ ਰੱਖ ਲਈ ਹੈ, ਇਹ ਗੱਲ ਤੇ ਬਹੁਤ ਅਨੁਚਿਤ ਹੋਈ ਹੈ। ਪਰ ਅਨੁਚਿਤੀ ਨੂੰ ਵੇਖ ਕੇ ਵੀ ਇਹਨਾਂ ਦੇ ਮਨ ਵਿੱਚ ਕੋਈ ਰਿਸ ਨਹੀਂ ਆਇਆ, ਇਹਨਾਂ ਦੇ ਮਨ ਦੇ ਵਿੱਚ ਕੋਈ ਗੁੱਸਾ ਨਹੀਂ ਆਇਆ। ਤਬ ਸਤਿਗੁਰ ਨੇ ਅਪਰ ਮੰਗਾਈ। ਤਦੋਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਹੋਰ ਨਵਾਂ ਦਸਤਾਰਾ ਸੇਵਕ ਦਾਸ ਭੇਜ ਕੇ ਮੰਗਵਾ ਲਿਆ। ਹਾਸ ਬਿਲਾਸ ਕਰਹਿ ਸਮੁਦਾਈ। ਤੇ ਸਾਰੇ ਬਾਲਕ ਮਿਲ ਕੇ ਅਨੇਕ ਤਰ੍ਹਾਂ ਦੇ ਹਾਸ ਵਿਲਾਸ ਦੇ ਕੌਤਕ ਕਰ ਰਹੇ ਹਨ। ਭਲੋ ਭਜਾਇਓ ਥਿਰ ਨਹਿ ਰਹਿਓ। ਤੇ ਸਤਿਗੁਰੂ ਜੀ ਤਥਾ ਅਨਿ ਬਾਲਕ ਪਰਸਪਰ ਬਚਨ ਕਰਦੇ ਆ। ਕਲਗੀਆਂ ਵਾਲੇ ਪਾਤਸ਼ਾਹ ਨੇ ਵੇਖੋ ਬੜਾ ਭਲੀ ਪ੍ਰਕਾਰ ਗੁਲਾਬ ਰਾਏ ਨੂੰ ਭਜਾਇਆ, ਖਲੋਤਾ ਹੀ ਨਹੀਂ ਗਿਆ ਇਹਦੇ ਕੋਲੋਂ। ਸਤਿਗੁਰਾਂ ਪਾਣੀ ਦੇ ਛਿੱਟੇ ਮਾਰ ਮਾਰ ਇੰਨਾ ਵਿਚਲਿਤ ਕਰਤਾ, ਭੱਜ ਹੀ ਗਿਆ। ਸਤਿਗੁਰਾਂ ਦੇ ਸਾਹਮਣੇ ਖਲੋਤਾ ਹੀ ਨਹੀਂ ਗਿਆ ਇਹਦੇ ਕੋਲੋਂ। ਵਹਿਰ ਨਿਕਸ ਭੀ ਸੋਧ ਨਹਿ ਲਹਿਓ। ਇੰਨਾ ਵਿਚਲਿਤ ਹੋ ਗਿਆ, ਬਾਹਰ ਨਿਕਲ ਕੇ ਵੀ ਨਹੀਂ ਇਹਨੂੰ ਸੁੱਧ ਰਹੀ, ਖਬਰ ਨਹੀਂ ਰਹੀ, ਪਛਾਣ ਨਹੀਂ ਕਰ ਸਕਿਆ ਆਪਣੇ ਦਸਤਾਰੇ ਦੀ ਤੇ ਸਤਿਗੁਰਾਂ ਦੇ ਦਸਤਾਰੇ ਦੀ। ਦੋਨਾਂ ਵਿੱਚ ਫਰਕ ਨਹੀਂ ਇਹਨੂੰ ਪਤਾ ਲੱਗਾ। ਜਬ ਹੈ ਗੁਰੂ ਆਨੰਦਪੁਰ ਤਿਆਗੇ। ਇਸ ਤਰ੍ਹਾਂ ਬਾਲਕ ਹਾਸ ਵਿਲਾਸ ਦੇ ਬਚਨ ਵਿਲਾਸ ਕਰਦੇ ਹਨ ਕਿ ਕਵੀ ਜੀ ਸਤਿਗੁਰਾਂ ਦੇ ਹੋਏ ਬਚਨ ਦੀ ਸਾਰਥਕਤਾ ਦੇ ਸੰਬੰਧ ਵਿੱਚ ਗੱਲ ਦੱਸਦੇ ਬਿਆਨ ਕਰ ਰਹੇ ਹਨ ਕਿ ਇਹ ਗੁਰੂ ਰੂਪ ਖਾਲਸਾ ਸਾਧ ਸੰਗਤ, ਕਲਗੀਆਂ ਵਾਲੇ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਨਗਰੀ ਵਿੱਚ ਅਨੇਕਾਂ ਜੰਗ ਯੁੱਧ ਕਰਨ ਉਪਰੰਤ ਖਾਲਸੇ ਦੀ ਸਿਰਜਣਾ ਕਰਕੇ ਫਿਰ ਜਦੋਂ ਆਨੰਦਪੁਰ ਸਾਹਿਬ ਨਗਰੀ ਨੂੰ ਘੇਰਾ ਪਿਆ, ਸ੍ਰੀ ਆਨੰਦਪੁਰ ਸਾਹਿਬ ਨਗਰੀ ਨੂੰ ਛੱਡ ਕੇ ਪਾਤਸ਼ਾਹ ਚਲੇ ਗਏ ਜਦੋਂ, ਤੇ ਅਨੇਕ ਇਲਾਕਿਆਂ ਰਾਹੀਂ ਹੁੰਦਿਆਂ ਹੋਇਆਂ ਦੀਨੇ ਕੰਗੜ ਆਦਿ ਫਿਰ ਦਮਦਮਾ ਸਾਹਿਬ ਜਾ ਕੇ ਉਥੋਂ ਫਿਰ ਸਤਿਗੁਰਾਂ ਨੇ ਜਦੋਂ ਅੱਗੇ ਚਾਲੇ ਪਾਏ। ਅਬ ਚਲ ਨਗਰ ਜਾਨ ਕਹੋ ਲਾਗੇ। ਤੇ ਅਬ ਚਲ ਨਗਰ ਨਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਜਾਣ ਲੱਗੇ, ਤਹਾਂ ਜਾਏ ਬੈਕੁੰਠ ਪਧਾਰੇ। ਤੇ ਉੱਥੇ ਜਾ ਕੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਆਪਣੇ ਪਰਮ ਧਾਮ, ਆਪਣੇ ਨਿੱਜੀ ਜੋ ਸੱਚਖੰਡ ਸਥਾਨ ਹੈ ਉਧਰ ਨੂੰ ਪਾਤਸ਼ਾਹ ਚਲੇ ਗਏ। ਭਾਵ ਕਿ ਸਤਿਗੁਰੂ ਜੀ ਇਸ ਸੰਸਾਰ ਤੋਂ ਜਦੋਂ ਚਲੇ ਗਏ, ਨਹਿ ਪੀਛੈ ਕੋ ਗੁਰੂ ਨਿਹਾਰੇ। ਤੇ ਗੁਰਤਾ ਦਾ ਸਿੰਘਾਸਣ ਤੇ ਕਲਗੀਆਂ ਵਾਲੇ ਪਾਤਸ਼ਾਹ ਸ਼ਬਦ ਗੁਰੂ ਨੂੰ ਦੇ ਕੇ ਚਲੇ ਗਏ। ਜੁਗੋ ਜੁਗ ਅਟਲ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰੂ ਬਣਾ ਕੇ ਚਲੇ ਗਏ ਤੇ ਬਚਨ ਕੀਤਾ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰੂ ਬਣਾ ਕੇ ਗੁਰਤਾ ਦਾ ਸਿੰਘਾਸਨ ਬਖਸ਼ ਕੇ ਆਪ ਸੱਚਖੰਡ ਨੂੰ ਚਲੇ ਗਏ। ਤੇ ਸਤਿਗੁਰਾਂ ਦੇ ਸੱਚਖੰਡ ਜਾਣ ਮਗਰੋਂ ਸਰੀਰ ਕਰਕੇ ਕੋਈ ਗੁਰੂ ਸੰਸਾਰ ਵਿੱਚ ਰਿਹਾ ਨਹੀਂ।
ਤਬ ਆਨੰਦਪੁਰ ਸੁਨੀ ਜਾਨ। ਤੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਤਦੋਂ ਸੁੰਨੀ ਹੋ ਚੁੱਕੀ ਸੀ। ਕਲਗੀਧਰ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਗਏ ਸੀ ਤੇ ਜਿਹੜੇ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨਗਰੀ ਨੂੰ ਉਜਾੜ ਦਿੱਤਾ ਸੀ। ਅਨੰਦਪੁਰ ਸਾਹਿਬ ਨਗਰੀ ਵਿੱਚ ਬਣੀਆਂ ਇਮਾਰਤਾਂ ਵੀ ਬਹੁਤ ਢਾਹ ਦਿੱਤੀਆਂ ਸਨ। ਫਿਰਿਓ ਗੁਲਾਬ ਰਾਏ ਤਹ ਆਨ। ਇਹ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਜਦੋਂ ਅਨੰਦਪੁਰ ਸਾਹਿਬ ਨਗਰੀ ਨੂੰ ਘੇਰਾ ਪੈਣ ਵਾਲਾ ਸੀ ਨਾ, ਤੇ ਉਸ ਤੋਂ ਪਹਿਲਾਂ ਹੀ ਦੋਨੋਂ ਬਾਬਾ ਸੂਰਜਮਲ ਜੀ ਦੇ ਪੋਤਰਿਆਂ ਨੂੰ ਗੁਲਾਬ ਰਾਏ ਤੇ ਸਿਆਮਦਾਸ, ਇਹਨਾਂ ਨੂੰ ਨਾਹਣ ਦੇ ਰਾਜੇ ਦੇ ਪਾਸ ਰਾਜਾ ਮੇਦਨੀ ਪ੍ਰਕਾਸ਼ ਦੇ ਕੋਲ ਪਹਿਲਾਂ ਹੀ ਸਤਿਗੁਰਾਂ ਭੇਜ ਦਿੱਤਾ ਸੀ। ਇੱਥੇ ਘੇਰਾ ਪਿਆ, ਅਨੇਕਾਂ ਜੰਗ ਯੁੱਧ ਹੋਏ, ਫਿਰ ਕਿਲ੍ਹਾ ਛੱਡਣਾ ਪਿਆ ਸਤਿਗੁਰਾਂ ਨੂੰ, ਚਲੇ ਗਏ ਨੰਦੇੜ ਵੱਲ ਨੂੰ ਚਲੇ ਗਏ। ਜਦੋਂ ਅਨੰਦਪੁਰ ਸਾਹਿਬ ਨਗਰੀ ਵਿੱਚ ਕੁਝ ਠੰਡ ਢੰਡੌਲਾ ਹੋਇਆ, ਮੁਗਲ ਸਿਪਾਹੀ ਦਿੱਲੀ ਨੂੰ ਚਲੇ ਗਏ, ਪਹਾੜੀ ਰਾਜੇ ਆਪੋ ਆਪਣੇ ਘਰਾਂ ਵਿੱਚ ਟਿਕ ਕੇ ਬਹਿ ਗਏ। ਲਖਿਆ ਕਿ ਹੁਣ ਅਨੰਦਪੁਰ ਸਾਹਿਬ ਨਗਰੀ ਵਿੱਚ ਨਾ ਕਲਗੀਆਂ ਵਾਲੇ ਤੇ ਨਾ ਹੀ ਉਹਨਾਂ ਦਾ ਕੋਈ ਫਰਜ਼ੰਦ ਆਕੀ ਇੱਥੇ ਰਿਹਾ, ਜਿਸ ਕਾਰਨ ਕੁਝ ਸ਼ਾਂਤੀ ਹੋਈ ਹੈ। ਤਾਂ ਫਿਰ ਨਾਹਣ ਤੋਂ ਗੁਲਾਬ ਰਾਏ ਤੇ ਸ਼ਿਆਮਦਾਸ ਦੋਨੋਂ ਹੀ ਬਾਬਾ ਸੂਰਜਮਲ ਜੀ ਦੇ ਪੋਤਰੇ, ਇਹ ਇੱਥੇ ਆਏ ਸ੍ਰੀ ਅਨੰਦਪੁਰ ਸਾਹਿਬ ਨਗਰੀ। ਤੇ ਇਹ ਇਲਾਕੇ ਵਿੱਚ ਆਏ ਤੇ ਉਦੋਂ ਵੀ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੇ ਇਹ ਸੋਢੀਆਂ ਨਾਲ ਬਾਬਾ ਸੂਰਜਮਲ ਜੀ ਦੇ ਪੋਤਰਿਆਂ ਦੇ ਨਾਲ ਕੁਝ ਸਪਰਧਾ ਕੀਤੀ ਤੇ ਇੱਥੇ ਰਹਿਣ ਨਹੀਂ ਦਿੱਤਾ, ਭਾਵੇਂ ਕਿ ਇਹ ਸਾਰੀ ਜਰ, ਸਾਰੀ ਜ਼ਮੀਨ, ਸਾਰਾ ਇਲਾਕਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਸਤਿਗੁਰਾਂ ਦੀ ਖਰੀਦ ਸੀ। ਬਕਾਇਦਾ ਇਸ ਜ਼ਮੀਨ ਸਾਰੀ ਦੇ ਜਰ ਦੇ ਪਰਵਾਨੇ ਜਿਹੜੇ ਆ ਉਹ ਸਤਿਗੁਰਾਂ ਦੇ ਕੋਲ ਲਿਖੇ ਪਏ ਹੋਏ ਸਨ। ਪਰ ਫਿਰ ਵੀ ਪਹਾੜੀ ਰਾਜਿਆਂ ਨੇ ਕਿਹਾ ਇਹ ਜ਼ਮੀਨ ਸਾਡੀ ਹੈ ਤੇ ਰਹਿਣਾ ਹੈ ਤੇ ਇਹਦਾ ਮੁੱਲ ਤਾਰੋ। ਤਾਂ ਇਤਿਹਾਸ ਵਿੱਚ ਆਉਂਦਾ ਹੈ ਕਿ ਬਾਬਾ ਗੁਲਾਬ ਰਾਏ ਤੇ ਸਿਆਮਦਾਸ ਨੇ ਤਦੋਂ ਫਿਰ ਮੁੱਲ ਤਾਰ ਕੇ ਇਹ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਖਰੀਦ ਸੀ ਇਹਦਾ ਮਾਮਲਾ ਫਿਰ ਤਾਰਿਆ ਪਹਾੜੀ ਰਾਜਿਆਂ ਨੂੰ। ਤੇ ਇੱਥੇ ਆ ਕੇ ਫਿਰ ਨਵੇਂ ਸਿਰਿਓਂ ਨਗਰੀ ਜਿਹੜੀ ਹੈ ਉਹ ਸਾਰੀ ਸੋਢੀਆਂ ਦੀ ਫਿਰ ਇੱਥੇ ਹਵੇਲੀ ਵੀ ਬਣੀ, ਹੋਰ ਜਿਹੜੇ ਅਸਥਾਨ ਹਸਣਗੇ ਉਹਨਾਂ ਦੀ ਸੇਵਾ ਸੰਭਾਲ ਵੀ ਜਿਹੜੀ ਹੈ ਉਹ ਸ਼ੁਰੂ ਕਰਵਾਈ ਗਈ। ਤੇ ਜੋ ਪੁਰਾਣਾ ਸਥਾਨ ਸੀ ਗੁਰਦੁਆਰਾ ਸੀਸਗੰਜ ਸਾਹਿਬ, ਉਹਦੀ ਸੇਵਾ ਤੇ ਕਲਗੀਆਂ ਵਾਲੇ ਪਾਤਸ਼ਾਹ ਜਾਣ ਤੋਂ ਪਹਿਲਾਂ ਹੀ ਭਾਈ ਗੁਰਬਖਸ਼ ਸਾਧੂ ਨੂੰ ਦੇ ਗਏ ਸਨਗੇ। ਤੇ ਸੋਢੀਆਂ ਨੇ ਆ ਕੇ ਨਵੇਂ ਸਿਰਿਓਂ ਜਦੋਂ ਇਹ ਅਨੰਦਪੁਰ ਸਾਹਿਬ ਨਗਰੀ ਨੂੰ ਜਿਹੜਾ ਉਹ ਸਵਾਰਿਆ ਹੈ, ਅਨੰਦਪੁਰ ਸਾਹਿਬ ਨਗਰੀ ਨੂੰ ਨਵੇਂ ਸਿਰਿਓਂ ਜਿਹੜਾ ਹੈ ਉਹ ਬਹਾਲ ਕੀਤਾ ਹੈ। ਇੱਥੇ ਵੱਡੀ ਹਵੇਲੀ ਵੀ ਬਣਾਈ ਜਿਹੜੀ ਕਿ ਫਿਰ ਬੜੀ ਸਰਕਾਰ ਨਾਮ ਕਰਕੇ ਪ੍ਰਸਿੱਧ ਰਹੀ। ਹੁਣ ਵੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਸੋਢੀਆਂ ਦੀ ਹਵੇਲੀ ਹੈ। ਗੁਰੂ ਪਿਆਰਿਓ, ਜਦੋਂ ਇੱਧਰੋਂ ਜਾਈਏ ਨਾ ਚੋਈ ਬਾਜ਼ਾਰ ਵੱਲ ਨੂੰ ਤੇ ਉੱਥੇ ਬੜੀ ਹਵੇਲੀ ਸੋਢੀਆਂ ਦੀ ਪੁਰਾਣੀ ਹਵੇਲੀ ਹੁਣ ਵੀ ਹੈ। ਸੋ ਇਸ ਤਰ੍ਹਾਂ ਨਵੇਂ ਸਿਰਿਓਂ ਜਦੋਂ ਆ ਕੇ ਉਹ ਸਾਰੀ ਕੀਤੀ ਬਾਬਾ ਗੁਲਾਬ ਰਾਏ ਸਿਆਮਦਾਸ ਦੋਨੋਂ ਭਰਾਵਾਂ ਨੇ, ਤਾਂ ਫਿਰ ਇੱਥੇ ਸ੍ਰੀਓ ਗੁਲਾਬ ਰਾਏ ਤਹਿਆਨ ਗੁਲਾਬ ਰਾਏ ਜੀ ਜਦੋਂ ਇੱਥੇ ਆ ਕੇ ਟਿਕ ਗਏ। ਹੋਲੀ ਦੀਪਮਾਲ ਕੋ ਮੇਲਾ, ਜਦੋਂ ਹੋਲੀ ਦਾ
ਦੀਪਾਵਲੀ ਦਾ ਤਿਉਹਾਰ ਆਉਂਦਾ, ਹੋਲਾ ਮਹੱਲਾ ਆਉਂਦਾ, ਦੀਪਾਵਲੀ ਆਉਂਦੀ। ਲੱਖ ਗੁਰਪੁਰ ਕੋ ਹੋਏ ਸਕੇਲਾ। ਸਤਿਗੁਰਾਂ ਦੀ ਨਗਰੀ ਲੱਖ ਕੇ ਸੰਗਤਾਂ ਇਕੱਤਰਤ ਹੁੰਦੀਆਂ, ਬਹੁਤ ਸੰਗਤਾਂ ਦਾ ਇਕੱਠ ਹੁੰਦਾ ਹੋਲੇ ਮਹੱਲੇ ਤੇ ਬਹੁਤ ਸੰਗਤਾਂ, ਕਿਉਂ ਸਤਿਗੁਰੂ ਜੀ ਆਪ ਹੋਲਾ ਮਹੱਲਾ ਮਨਾਉਂਦੇ ਰਹੇ ਇੱਥੇ ਸ੍ਰੀ ਅਨੰਦਪੁਰ ਸਾਹਿਬ ਨਗਰੀ। ਤੇ ਜਦੋਂ ਸਤਿਗੁਰਾਂ ਦੇ ਸੱਚਖੰਡ ਜਾਣ ਮਗਰੋਂ ਵੀ ਹੋਲੇ ਮਹੱਲੇ ਤੇ ਬਹੁਤ ਸੰਗਤਾਂ ਇਕੱਤਰਤ ਹੁੰਦੀਆਂ, ਦੂਰਾਂ ਦੁਰਾਡਿਆਂ ਤੋਂ ਚੱਲ ਕੇ ਆਉਂਦੀਆਂ। ਤੇ ਜਦੋਂ ਇੱਥੇ ਭਾਰੀ ਵੱਡਾ ਮੇਲਾ ਲੱਗਦਾ, ਤਬ ਮੰਜੀ ਕੋ ਬੈਠ ਲਾਏ। ਤਾਂ ਫਿਰ ਗੁਲਾਬ ਰਾਏ ਜਿਹੜਾ ਸੀ ਇਹ ਮੰਜੀ ਲਾ ਕੇ ਬੈਠਣ ਲੱਗ ਪਿਆ। ਜਦੋਂ ਮੰਜੀ ਲਾ ਕੇ ਆਸਣ ਲਾ ਕੇ ਬਹਿਣਾ, ਲੇਹ ਸੋ ਪੂਜਾ ਧਨ ਸਮੁਦਾਏ। ਤੇ ਸੰਗਤਾਂ ਆ ਕੇ ਤੇ ਬਾਬਾ ਗੁਲਾਬ ਰਾਏ ਜੀ ਦੀ ਪੂਜਾ ਕਰਦੀਆਂ, ਨਜ਼ਰਾਨੇ ਹਾਜ਼ਰ ਕਰਦੀਆਂ, ਭੇਟਾਵਾਂ ਅੱਗੋਂ ਰੱਖਦੀਆਂ, ਕਿਉਂ ਸੋਢੀਆਂ ਵਿੱਚੋਂ ਸਨਗੇ ਤੇ ਗੁਰੂ ਸਾਹਿਬਾਂ ਦੇ ਸਖਾ ਵੀ ਰਹੇ ਸਨਗੇ। ਸੰਗਤਾਂ ਵਿੱਚ ਚਨਾਰੀ ਵੀ ਸੀ, ਪਛਾਣ ਵੀ ਸੀ। ਸੋ ਹੁਣ ਆਸਣ ਲਾ ਕੇ ਬੈਠਣ ਲੱਗ ਪਏ ਤੇ ਬੜਾ ਅਦਬ ਸਤਿਕਾਰ ਸੰਗਤ ਵਿੱਚ ਹੋਣ ਲੱਗਾ। ਕੇਤਕ ਬਰਖ ਰਹਿਓ ਤਹ ਜੀਵਤ। ਕਿੰਨੇ ਸਾਲ ਬਾਬਾ ਗੁਲਾਬ ਰਾਏ ਜੀ ਜਿਉਂਦੇ ਰਹੇ ਤੇ ਇੱਥੇ ਆਸਣ ਲਾ ਕੇ ਬਹਿੰਦੇ ਰਹੇ, ਸੰਗਤਾਂ ਵੱਲੋਂ ਪੂਜਾ ਹੁੰਦੀ ਰਹੀ। ਸੰਗਤ ਮਹਿ ਗੁਰ ਆਪੇ ਥੀਵਤ। ਤੇ ਸੰਗਤ ਦੇ ਵਿੱਚ ਫਿਰ ਆਪੇ ਹੀ ਗੁਰੂ ਬਣ ਕੇ ਬਹਿ ਗਏ। ਪਹਿਲਾਂ ਤਾਂ ਵੈਸੇ ਆਸਣ ਲਾਉਂਦੇ ਸੀ ਨਾ, ਆਸਣ ਲਾ ਕੇ ਮੰਜਾ ਢਾ ਕੇ ਤੇ ਆਸਣ ਵਿਛਾ ਕੇ ਬੈਠ ਜਾਣਾ, ਸੰਗਤ ਅਦਬ ਕਰਨਾ, ਸਤਿਕਾਰ ਕਰਨਾ। ਗੁਰੂ ਵੰਸ਼ਜ ਹਨਗੇ ਤੇ ਗੁਰੂ ਕੋਲ ਹਮੇਸ਼ਾ ਪੂਜਨੀਕ ਰਹੀ ਹੈ ਤੇ ਸੰਗਤਾਂ ਪੂਜਦੀਆਂ ਰਹੀਆਂ ਤੇ ਪੂਜਦੀਆਂ ਹਨ ਤੇ ਪੂਜਾ ਹੋਣ ਲੱਗ ਪਈ। ਜੋ ਗੁਰਾਂ ਦੇ ਬਚਨ ਸਨਗੇ ਨਾ, ਸਮਾਂ ਆਵੇਗਾ ਤੇ ਤੁਹਾਨੂੰ ਗੁਰੂ ਵਾਂਗੂ ਪੁਜਵਾਵਾਂਗੇ। ਉਸੇ ਤਰ੍ਹਾਂ ਬਚਨ ਹੋਇਆ। ਪਰ ਕੀ ਹੋਇਆ ਕਿ ਬਾਬਾ ਗੁਲਾਬ ਰਾਏ ਜੀ ਫਿਰ ਆਪੇ ਗੁਰੂ ਬਣ ਕੇ ਹੀ ਬੈਠ ਗਏ। ਪ੍ਰਥਮ ਤੇ ਸੁਭਾਵਿਕ ਹੀ ਮੰਜੀ ਲਾਉਂਦੇ ਸਨ, ਉਪਰੰਤ ਫਿਰ ਕੀ ਹੋਇਆ ਤੇ ਆਪਣੇ ਤੇ ਚੰਦੋਆ ਵੀ, ਚੌਰ ਵੀ ਕਰਵਾਉਣ ਲੱਗ ਪਏ। ਉਸੇ ਤਰ੍ਹਾਂ ਜਿਵੇਂ ਗੁਰਾਂ ਦਾ ਆਸਣ ਲੱਗਦਾ ਸੀ, ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬੈਠਿਆ ਕਰਦੇ ਸਨ ਕਦੇ ਚਬਰ ਛਤਰ ਤਖਤ ਦੇ ਮਾਲਕ ਬਣ ਕੇ, ਤੇ ਗੁਲਾਬ ਰਾਏ ਜੀ ਵੀ ਉਸੇ ਤਰ੍ਹਾਂ ਬਹਿਣ ਲੱਗ ਪਏ। ਇਹ ਬਚ ਕਰਿਓ ਸਫਲ ਤਬ ਭਇਓ। ਜੋ ਗੁਰਾਂ ਨੇ ਬਚਨ ਕੀਤਾ ਸੀ ਬਾਲਕ ਅਵਸਥਾ ਵਿੱਚ, ਉਹ ਬਚਨ ਤੇ ਸਤਿਗੁਰਾਂ ਦਾ ਸਫਲਾ ਹੋ ਗਿਆ। ਔਰ ਅਹੰਕਾਰ ਅਦਕ ਹੋਏ ਗਇਓ। ਪਰ ਵਸਤੂ ਜਰਨੀ ਬੜੀ ਔਖੀ ਹੈ। ਅਜਰ ਵਸਤੂ ਨੂੰ ਜਰ ਲੈਣਾ ਵੀ ਹਰ ਕੋਈ ਜਰ ਨਹੀਂ ਸਕਦਾ। ਭਾਂਡਾ ਹੋਵੇ, ਪਾਤਰ ਹੋਵੇ ਨਿੱਕਾ, ਤੇ ਵਸਤੂ ਵਿੱਚ ਅਦਕ ਪੈ ਜਾਵੇ ਤੇ ਉਛਲ ਕੇ ਬਾਹਰ ਹੀ ਡੁੱਲਦੀ ਹੈ। ਗੁਲਾਬ ਰਾਏ ਨਾਲ ਵੀ ਇਸੇ ਤਰ੍ਹਾਂ ਹੋਇਆ। ਭਾਂਡਾ ਨਿੱਕਾ ਸੀ, ਵਸਤੂ ਵੱਡੀ ਪੈ ਗਈ। ਸੰਗਤਾਂ ਵਿੱਚ ਮਾਨ ਸਨਮਾਨ ਸਤਿਕਾਰ ਅਦਕ ਮਿਲਣ ਲੱਗ ਪਿਆ ਤੇ ਮਨ ਵਿੱਚ ਹੰਗਤਾ ਆ ਗਈ ਕਿ ਹੁਣ ਮੈਂ ਹੀ ਗੁਰੂ ਹਾਂ, ਮੈਂ ਹੀ ਗੁਰੂ ਨਾਨਕ ਦੇਵ ਜੀ ਦੇ ਆਸਣ ਤੇ ਸਜਿਆ, ਹੁਣ ਉਹੋ ਹੀ ਸਰੂਪ ਹਨ। ਹੰਕਾਰ ਆ ਗਿਆ, ਹਉਮੈ ਆ ਗਿਆ। ਤੇ ਹੰਕਾਰ ਕਦੇ ਭਾਉਂਦਾ ਨਹੀਂ ਪਰਮੇਸ਼ਰ ਨੂੰ। ਹਰ ਜੋ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਅਹੰਕਾਰ ਮੋਏ ਸੇਵ ਗਤੀ ਗਏ, ਮਰ ਜਨਮੈ ਆਵੇ। ਹਉਮੈ ਪਰਮੇਸ਼ਰ ਨੂੰ ਭਾਉਂਦੀ ਨਹੀਂ। ਤੇ ਗੁਲਾਬ ਰਾਏ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਹੁਣ ਬਸ ਮੈਂ ਹੀ ਗੁਰੂ ਹਾਂ। ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਾਰੀਆਂ ਹੁਣ ਮੇਰੀ ਉਮਤ ਹੈ। ਸਤਿਗੁਰ ਬੈਠਨ ਕੋ ਜਹ ਥਾਨ। ਤੇ ਜਿੱਥੇ ਸਤਿਗੁਰਾਂ ਦੇ ਬੈਠਣ ਵਾਲਾ ਸਥਾਨ ਸੀ ਨਾ, ਸਤਿਗੁਰੂ ਜੀ ਜਿੱਥੇ ਤਖਤ ਲਾ ਕੇ ਬੈਠਿਆ ਕਰਦੇ ਸਨ, ਦਮਦਮਾ ਸਾਹਿਬ, ਸੀਸਗੰਜ ਸਾਹਿਬ ਤੋਂ ਭੋਰਾ ਸਾਹਿਬ ਜਾਈਏ ਤੇ ਭੋਰਾ ਸਾਹਿਬ ਦੇ ਨਾਲ ਹੀ ਕਲਗੀਆਂ ਵਾਲੇ ਪਾਤਸ਼ਾਹ ਦਾ ਸਥਾਨ ਦਮਦਮਾ ਸਾਹਿਬ, ਜਿੱਥੇ ਸਤਿਗੁਰਾਂ ਨੂੰ ਨਾਲੇ ਦਸਤਾਰਬੰਦੀ ਵੀ ਹੋਈ, ਗੁਰਤਾ ਦਾ ਤਿਲਕ ਵੀ ਮਿਲਿਆ ਸੀ
ਤੇ ਜਦੋਂ ਸਤਿਗੁਰੂ ਜੀ ਦੀਵਾਨ ਲਾ ਕੇ ਬਹਿੰਦੇ ਸਨ ਤੇ ਉੱਥੇ ਉੱਚਾ ਸੀ, ਦਮ ਉੱਚਾ ਬਣਾਇਆ ਹੋਇਆ ਸੀ, ਤੇ ਤਖਤ ਲਾ ਕੇ ਸਤਿਗੁਰੂ ਜੀ ਸਜਦੇ ਸਨ। ਤੇ ਗੁਲਾਬ ਰਾਏ ਵੀ ਉੱਥੇ ਜਾ ਕੇ ਬਹਿਣ ਲੱਗ ਪਿਆ, ਗੁਰਾਂ ਦੇ ਤਖਤ ਤੇ ਜਾ ਕੇ ਬੈਠਣ ਲੱਗ ਪਿਆ। ਪਹਿਲਾਂ ਤੇ ਵੱਖਰੀ ਮੰਜੀ ਲਾਉਂਦਾ ਸੀ, ਹੁਣ ਗੁਰਾਂ ਦੇ ਤਖਤ ਤੇ ਹੀ ਬਹਿ ਗਿਆ। ਪੂਜਾ ਹਿਤ ਬੈਠਹਿ ਤਹ ਆਨ, ਆਪਣੀ ਪੂਜਾ ਕਰਵਾਉਣ ਵਾਸਤੇ ਆ ਕੇ ਬਹਿੰਦਾ। ਇਕ ਗੁਰ ਬਖਸ਼ਾ ਸਾਧ ਤਹ ਤਿਆਗਾ। ਤੇ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਗਏ ਸੀ ਅਨੰਦਪੁਰ ਸਾਹਿਬ ਨਗਰੀ ਛੱਡ ਕੇ, ਤੇ ਗੁਰਬਖਸ਼ ਸਾਧੂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਵਾਸਤੇ ਛੱਡ ਕੇ ਗਏ ਸਨ। ਸ੍ਰੀ ਗੁਰ ਤੇਗ ਬਹਾਦਰ ਜਾਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਗ੍ਹਾ ਸਥਾਨ ਤੇ ਧੂਪ ਦੀਪ ਨਿਤ ਕਰਤੇ ਰਹਿਆ ਹੈ। ਤੇ ਗੁਰਾਂ ਆਦੇਸ਼ ਦਿੱਤਾ ਸੀ, ਹੁਕਮ ਕੀਤਾ ਸੀ ਕਿ ਹੇ ਗੁਰਬਖਸ਼ ਸਾਧੂ ਜੀ, ਤੁਸੀਂ ਇੱਥੇ ਧੂਪ ਦੀਪ ਕਰਦੇ ਰਹਿਣਾ ਹੈ। ਇਹ ਪਵਿੱਤਰ ਗੁਰਾਂ ਦਾ ਸਥਾਨ ਹੈ ਤੇ ਇੱਥੇ ਸਾਰੀ ਸੇਵਾ ਸੰਭਾਲ ਤੁਸੀਂ ਕਰਨੀ ਹੈ। ਝਾੜੂ ਵੀ ਮਾਰਦੇ ਰਹਿਣਾ, ਇਹ ਨਹੀਂ ਇੱਥੇ ਪੱਤੇ ਖਿਲਰੇ ਰਹਿਣ, ਇਹ ਨਹੀਂ ਜਾਂ ਇੱਥੇ ਜਿਹੜਾ ਉਹ ਪੰਛੀ ਆ ਕੇ ਬਿੱਠਾ ਹੀ ਮਾਰਦੇ ਰਹਿਣ। ਕਿਉਂਕਿ ਗੁਰੂ ਸਾਹਿਬਾਂ ਦੇ ਦੇਹਰਿਆਂ ਦੀ, ਜੈਸੇ ਜਦੋਂ ਧੰਨ ਗੁਰੂ ਸ੍ਰੀ ਗੁਰੂ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਨਗਰੀ ਗਏ, ਤਥਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਨਗਰੀ ਗਏ, ਤੇ ਬਿਆਸਾ ਦੇ ਕਿਨਾਰੇ ਤੇ ਗੁਰੂ ਸਾਹਿਬਾਂ ਦੇ ਦੇਹਰਿਆਂ ਦੇ ਦਰਸ਼ਨ ਕਰਨ ਚਲੇ ਗਏ। ਗੁਰੂ ਅਮਰਦਾਸ ਸਾਹਿਬ ਜੀ ਦਾ ਦੇਹਰਾ, ਗੁਰੂ ਰਾਮਦਾਸ ਸਾਹਿਬ ਜੀ ਦਾ ਉੱਥੇ ਦੇਹਰਾ, ਬੀਬੀ ਭਾਨੀ ਜੀ ਦਾ ਉੱਥੇ ਦੇਹਰਾ। ਤੇ ਜਾ ਕੇ ਕੀ ਵੇਖਦੇ ਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਬਹੁਤ ਪੱਤੇ ਖਿਲਰੇ ਪਏ ਆ, ਕੋਈ ਸਾਫ ਸਫਾਈ ਨਹੀਂ ਹੈ, ਪੰਛੀਆਂ ਨੇ ਬਿੱਠਾਂ ਵੀ ਬਹੁਤ ਮਾਰੀਆਂ ਹੋਈਆਂ, ਕੋਈ ਸੇਵਾ ਹੀ ਨਹੀਂ ਕਰਦਾ। ਤੇ ਸਤਿਗੁਰਾਂ ਨੇ ਨਾਲੇ ਤੇ ਸ਼ਰਮਿੰਦਿਆਂ ਵੀ ਕੀਤਾ, ਜਿਹੜੇ ਭੱਲੇ ਰਹਿੰਦੇ ਸੀ ਗੋਇੰਦਵਾਲ ਸਾਹਿਬ ਨਗਰੀ, ਇੱਥੇ ਰਹਿੰਦੇ ਹੋ ਤੁਸੀਂ ਤੇ ਸਥਾਨ ਦੀ ਸੇਵਾ ਸੰਭਾਲ ਨਹੀਂ ਕਰ ਸਕੇ, ਤੁਸੀਂ ਸ਼ਰਮਿੰਦਗੀ ਵੀ ਉਹਨਾਂ ਨੂੰ ਦਵਾਈ। ਸਤਿਗੁਰਾਂ ਬਚਨ ਕਰਕੇ ਬਹੁਤ ਸ਼ਰਮਸ਼ਾਰ ਹੋਏ, ਨਿੰਮੋ ਝੂਣੇ ਹੋਏ, ਕਹਿੰਦੇ ਜੀ ਹੁਣ ਅਸੀਂ ਗਾਂਹ ਤੋਂ ਕਰਿਆ ਕਰਾਂਗੇ। ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਅਸੀਂ ਹੁਣ ਇਹ ਸੇਵਾ ਬਿਆਸਾ ਨੂੰ ਦੇ ਦੇਣੀ ਹੈ। ਤੇ ਸਤਿਗੁਰਾਂ ਨੇ ਬਚਨ ਕਰਕੇ ਬਿਆਸਾ ਦਰਿਆ ਨੂੰ ਕਿਹਾ, ਗੁਰੂ ਸਾਹਿਬਾਂ ਦੀ ਦੇਹਰਿਆਂ ਦੀ ਸੇਵਾ ਕਰੇਗਾ? ਉਹ ਹੱਥ ਜੜ ਖਲੋਤਾ, ਹੱਥ ਜੋੜ ਖਲੋਤਾ, ਕਹਿਣ ਲੱਗਾ ਗੁਰਦੇਵ ਤੁਹਾਡਾ ਹੁਕਮ ਸਿਰ ਮੱਥੇ ਜੇ, ਇਹ ਨਚੀਜ਼ ਨੂੰ ਏਡੀ ਵੱਡੀ ਸੇਵਾ ਮਿਲ ਜੇ, ਹੋਰ ਕੀ ਚਾਹੀਦਾ? ਸਤਿਗੁਰਾਂ ਕਿਹਾ ਫਿਰ ਕਰ ਲਿਆ ਕਰ। ਤੇ ਉਹ ਬਿਆਸਾ ਦਰਿਆ ਨੂੰ ਸੇਵਾ ਦੇ ਦਿੱਤੀ। ਬਿਆਸਾ ਦਰਿਆ ਜਿਉਂ ਚੜ੍ਹਿਆ ਤੇ ਦੇਹਰੇ ਰੋੜ ਕੇ ਲੈ ਗਿਆ ਨਾਲ ਹੀ। ਉੱਥੇ ਫਿਰ ਗੁਰਾਂ ਦੇ ਦੇਹਰੇ ਭਾਵੇਂ ਹੁਣ ਬਣਾਏ ਵੀ ਹੋਣ, ਪਰ ਉਹ ਦੇਹਰੇ ਬਿਆਸਾ ਰੋੜ ਕੇ ਲੈ ਗਿਆ ਸੀ, ਬਿਆਸਾ ਦੇ ਵਿੱਚ ਹੀ ਆ ਗਏ ਸੀ, ਹੁਣ ਬਿਆਸਾ ਹੀ ਸੇਵਾ ਕਰਦਾ ਉਹਨਾਂ ਦੀ। ਸੋ ਗੁਰੂ ਸਾਹਿਬਾਂ ਦੇ ਸਥਾਨ ਜਿਹੜੇ ਆ ਉਹ ਬਣਾ ਤੇ ਲਈਦੇ ਆ, ਪਰ ਸੇਵਾ ਸੰਭਾਲ ਵੀ ਜ਼ਰੂਰੀ ਹੈ। ਸੇਵਾ ਸੰਭਾਲ ਤੋਂ ਬਿਨਾਂ ਮਾਨੋ ਗੁਰਾਂ ਦੀ ਕਰੋਪੀ ਲੈਣੀ ਹੈ, ਜੇ ਸਥਾਨ ਬਣਾ ਕੇ ਸੇਵਾ ਨਹੀਂ ਕਰਨੀ ਤਾਂ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਬਕਾਇਦਾ ਜਾਣ ਲੱਗਿਆਂ ਗੁਰਬਖਸ਼ ਸਾਧੂ ਨੂੰ ਪੱਕੀ ਕਰਕੇ ਗਏ ਕਿ ਇਹ ਹਿੰਦ ਧਰਮ ਦੇ ਰਖਵਾਲੇ, ਤਿਆਗ ਵੈਰਾਗ ਦੀ ਮੂਰਤ, ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਹੈ, ਤੇ ਇਹਦੀ ਸੇਵਾ ਸੰਭਾਲ ਵਿੱਚ ਕੋਈ ਕਤਾਈ ਨਹੀਂ ਹੋਣੀ ਚਾਹੀਦੀ। ਹਰ ਤਰ੍ਹਾਂ ਦੇ ਨਾਲ ਇਹਦੀ ਸੇਵਾ ਸੰਭਾਲ ਹੋਣੀ ਚਾਹੀਦੀ ਹੈ। ਨਾਲ ਇਹ ਵਰ ਵੀ ਦਿੱਤਾ ਕਿ ਭਾਵੇਂ ਕਿੰਨੇ ਵੀ ਪਹਾੜੀਏ ਮੁਗਲ ਹੋਣ, ਤੁਹਾਨੂੰ ਕੁਝ ਨਹੀਂ ਕਹਿਣਗੇ, ਤੁਹਾਡੇ ਸਾਹਮਣੇ ਉਹਨਾਂ ਦਾ ਜ਼ੋਰ ਵੀ ਨਹੀਂ ਚੱਲੇਗਾ, ਤੇ ਤੁਸੀਂ ਇੱਥੇ ਸੇਵਾ ਸੰਭਾਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਤਾਈ ਨਹੀਂ ਹੋਣ ਦੇਣੀ। ਸਤ ਬਚਨ ਕਹਿ ਕੇ ਗੁਰਾਂ ਦਾ ਬਚਨ ਸਿਰ ਮੱਥੇ ਤੇ ਮੰਨਿਆ ਤੇ ਸੇਵਾ ਵਿੱਚ ਹਾਜ਼ਰ ਹੋਏ ਭਾਈ ਗੁਰਬਖਸ਼ ਸਾਧੂ ਜੀ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਦੀ ਸੇਵਾ ਸੰਭਾਲ ਕਰਦੇ ਰਹੇ। ਆਨ ਥਾਨ ਜੈਬੋ ਨਹਿ ਚਾਹੀਐ ਹੈ। ਸਤਿਗੁਰਾਂ ਨੇ ਵੀ ਪੱਕੀ ਕੀਤੀ ਕਿ ਆਨ ਥਾਨ ਹੋਰ ਸਥਾਨ ਤੇ ਨਹੀਂ ਜਾਣਾ। ਕਿਤੇ ਵੀ ਕੋਈ ਅਵਸ਼ਕ ਕਾਰਜ ਪਵੇ ਜਾਂ ਕਿਧਰੇ ਵੀ ਇਹ ਸਥਾਨ ਛੱਡ ਕੇ ਨਹੀਂ ਜਾਣਾ। ਸੇਵਾ ਵੱਲੋਂ ਕੋਈ ਕਤਾਈ ਨਹੀਂ ਹੋਣੀ ਚਾਹੀਦੀ। ਰਹਿਤ ਹੋ ਤੋ ਸੋ ਤਿਸ ਹੀ ਥਾਨ। ਤੇ ਸਤਿਗੁਰਾਂ ਦਾ ਬਚਨ ਮੰਨ ਕੇ ਉੱਥੇ ਰਹਿੰਦਾ ਸੀ ਗੁਰਬਖਸ਼ ਸਾਧੂ। ਗੁਰਦੁਆਰਾ ਸੀਸਗੰਜ ਸਾਹਿਬ ਤੇ ਸੇਵਾ ਕਰਿਆ ਕਰਦਾ ਸੀ। ਵੇਖਿਓ ਗੁਲਾਬ ਰਾਏ ਕੋ ਮਾਨ। ਜਦੋਂ ਗੁਲਾਬ ਰਾਏ ਦਾ ਹੁੰਦਾ ਮਾਨ ਸਨਮਾਨ ਵੇਖਿਆ, ਜਬ ਗੁਰ ਥਾਲ ਪਰ ਬੈਠਿਓ ਜਾਏ। ਤੇ ਭਾਈ ਗੁਰਬਖਸ਼ ਸਾਧੂ ਕੁਝ ਨਹੀਂ ਬੋਲੇ। ਭਾਈ ਗੁਰੂ ਕੋਲ ਸਨਮਾਨ ਹੁੰਦਾ, ਮਾਨ ਹੁੰਦਾ, ਉਚਿਤ ਹੈ। ਪਰ ਜਦੋਂ ਗੁਰਾਂ ਦੇ ਅਸਥਾਨ ਤੇ ਤਖਤ ਤੇ ਜਾ ਕੇ ਬਹਿ ਗਿਆ, ਤਬ ਗੁਰ ਬਖਸ਼ ਸਾਧ ਤਹ ਆਏ। ਤਾਂ ਗੁਰਬਖਸ਼ ਸਾਧੂ ਜੀ ਫਿਰ ਆਪ ਚੱਲ ਕੇ ਆਏ ਗੁਲਾਬ ਰਾਏ ਦੇ ਕੋਲ। ਮ੍ਰਿਦ ਬਾਕਨ ਤੇ ਕਹਿ ਸਮਝਾਇਓ। ਮਿੱਠੇ ਬਚਨ ਕਹਿ ਕੇ ਸਮਝਾਇਆ ਗੁਲਾਬ ਰਾਏ ਨੂੰ। ਕਰਨ ਅਜੋਗ ਨਾ ਤੋਹੇ ਬਨ ਆਇਓ। ਇਹ ਗੁਲਾਬ ਰਾਏ, ਇਹ ਜਿਹੜਾ ਨਾ ਕਾਰਜ ਅਜੋਗ ਹੈ, ਗੁਰਾਂ ਦੇ ਤਖਤ ਤੇ ਬੈਠਣਾ, ਇਸ ਤਰ੍ਹਾਂ ਚੰਦੋਆ ਤਨਵਾਉਣਾ, ਕਲਗੀ ਲਵਾਉਣੀ, ਚੌਰ ਕਰਵਾਉਣਾ, ਇਹ ਗੱਲਾਂ ਉਚਿਤ ਨਹੀਂ, ਯੋਗ ਨਹੀਂ ਹੈ। ਕਿਉਂਕਿ ਸਤਿਗੁਰੂ ਜੀ ਗੁਰਤਾਂ ਦਾ ਸਿੰਘਾਸਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਗਏ। ਐਸਾ ਸੁਣਨ ਵਿੱਚ ਆਇਆ ਹੈ। ਜੋ ਨੰਦੇੜ ਤੋਂ ਸੰਗਤਾਂ ਆਈਆਂ ਜਾਂ ਫਿਰ ਨੰਦੇੜ ਤੋਂ ਗੁਰੂ ਸਾਹਿਬਾਂ ਵੱਲੋਂ ਥਾਪੇ ਹੋਏ ਜਿਹੜੇ ਹੈ ਉਹ ਗੁਰਸਿੱਖ ਉੱਥੋਂ ਆਏ ਹਨਗੇ। ਜੈਸੇ ਬੰਦਾ ਬਹਾਦਰ ਆਇਆ ਹੈ ਨੰਦੇੜ ਤੋਂ, ਜਾਂ ਪੰਥ ਦਾ ਤਾਬੇਦਾਰ ਹੋ ਕੇ ਬੰਦਾ ਬਹਾਦਰ ਆਇਆ, ਫਿਰ ਪੰਥ ਆਇਆ ਹੈ ਉੱਥੋਂ। ਕਿਉਂਕਿ ਇਹ ਪੰਜ ਸਿੰਘ, ਬਾਬਾ ਬਾਜ ਸਿੰਘ, ਬਾਬਾ ਕਾਹਨ ਸਿੰਘ ਇਤਿਆਦ, ਇਹ ਵੱਡੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ। ਬਾਬਾ ਵਿਨੋਦ ਸਿੰਘ ਜੀ ਨੂੰ ਨਿਸ਼ਾਨ ਨਗਾਰੇ ਦੇ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਉੱਥੋਂ ਨੰਦੇੜੋਂ ਤੋਰਿਆ ਸੀ। ਬੁੱਢੇ ਦਲ ਦੇ ਪਹਿਲੇ ਜਥੇਦਾਰ ਹੋਏ ਹੈ ਬਾਬਾ ਵਿਨੋਦ ਸਿੰਘ ਜੀ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਵੰਸ਼ਜ ਸਨਗੇ। ਤੇ ਪੰਥ ਨੂੰ ਇਹ ਨਗਾਰੇ ਤੇ ਨਿਸ਼ਾਨ ਦੇ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਤੋਰਿਆ ਸੀ। ਬੰਦਾ ਪੰਥ ਦਾ ਤਾਬੇਦਾਰ ਬਣਾ ਕੇ ਘੱਲਿਆ ਸੀ। ਤੇ ਗੁਰਬਖਸ਼ ਸਾਹਿਬ ਦੱਸ ਰਿਹਾ ਕਿ ਉਹ ਆਏ ਹੋਲੇ ਮਹੱਲੇ ਤੇ ਆਉਂਦੇ ਹੀ ਹੈ ਤੇ ਸੁਣਿਆ ਕਿ ਗੁਰੂ ਕਲਗੀ ਵਾਲੇ ਪਾਤਸ਼ਾਹ ਗੁਰਤਾ ਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਗਏ ਹੈ। ਇਸ ਵਾਸਤੇ ਹੁਣ ਕੋਈ ਦੇਹਧਾਰੀ ਅੱਗੋਂ ਗੁਰੂ ਹੋ ਨਹੀਂ ਸਕਦਾ। ਤੇ ਬਾਬਾ ਗੁਲਾਬ ਰਾਏ ਜੀ, ਤੁਹਾਨੂੰ ਗੁਰਤਾਂ ਦਾ ਸਿੰਘਾਸਨ ਤੇ ਮਿਲਿਆ ਕੋਈ ਨਹੀਂ ਹੈ। ਆਸਣ ਲਾ ਕੇ ਬਹਿੰਦੇ ਹੋ, ਤੁਹਾਡਾ ਸੰਗਤ ਸਤਿਕਾਰ ਕਰਦੀ ਹੈ ਗੁਰੂ ਪੁੱਤਰ ਜਾਣ ਕੇ, ਤੇ ਇੰਨਾ ਹੀ ਬਹੁਤ ਹੈ। ਗੁਰਾਂ ਦੇ ਤਖਤ ਤੇ ਨਾ ਬੈਠੋ, ਗੁਰਾਂ ਦੀ ਰੀਸ ਨਾ ਕਰੋ। ਇਉਂ ਕਲਗੀ ਲਾਉਣੀ, ਚੰਦੋਆ ਲਾਉਣਾ, ਚੌਰ ਕਰਵਾਉਣਾ, ਇਹ ਗੱਲਾਂ ਅਸਭਿਆ ਹੈ, ਇਹ ਗੱਲਾਂ ਅਯੋਗ ਹੈ। ਇਹ ਗੱਲਾਂ ਨਾਲ ਗੁਰੂ ਦਾ ਅਪਮਾਨ ਕਰਨਾ, ਗੁਰੂ ਦੀ ਨਿਰਾਦਰੀ ਕਰਨਾ ਹੈ। ਅਦਬ ਰਾਖਨ ਜਿਸ ਥਲ ਕੇਰਾ। ਜਿਸ ਸਥਾਨ ਦਾ ਤੁਹਾਨੂੰ ਸਾਨੂੰ ਆਪਾਂ ਸਾਰਿਆਂ ਨੂੰ ਅਦਬ ਰੱਖਣਾ ਬਣਦਾ, ਸਤਿਕਾਰ ਕਰਨਾ ਬਣਦਾ। ਤਹ ਬੈਠੇ ਕਿਆ ਬਨ ਹੈ ਉਚੇਰਾ। ਉੱਥੇ ਬੈਠਿਆਂ ਕੀ ਉੱਚੇ ਬਣ ਜਾਵਾਂਗੇ। ਜਿੰਨਾ ਗੁਰਾਂ ਦਾ ਜਾਂ ਵੱਡਿਆਂ ਦਾ ਸਤਿਕਾਰ ਕਰਾਂਗੇ ਓਨਾ ਹੀ ਮਾਣ ਮਿਲਣਾ। ਤੇ ਵੱਡਿਆਂ ਦੇ ਬਰਾਬਰ ਬਹਿ ਜਾਣ ਨਾਲ ਕੋਈ ਅਧਿਕ ਸਨਮਾਨ ਤੇ ਨਹੀਂ ਮਿਲਦਾ। ਵੱਡਿਆਂ ਦੇ ਬਰਾਬਰ ਜਾਂ ਵੱਡਿਆਂ ਦੇ ਆਸਣ ਤੇ ਬਹਿਣ ਨਾਲ ਕੋਈ ਸਨਮਾਨ ਤੇ ਨਹੀਂ ਮਿਲਦਾ, ਸਗੋਂ ਅਪਮਾਨ ਹੁੰਦਾ, ਨਿਰਾਦਰੀ ਹੁੰਦੀ ਹੈ। ਵੱਡਿਆਂ ਦਾ ਸਤਿਕਾਰ ਕਰੀਏ, ਆਦਰ ਕਰੀਏ, ਮਾਣ ਕਰੀਏ ਤੇ ਓਨਾ ਹੀ ਮਾਣ ਆਪਾਂ ਨੂੰ ਮਿਲਦਾ ਹੈ। ਤੁਝ ਕੋ ਦੇਸ਼ ਲੱਗੈ ਇਹ ਭਾਰੇ। ਦੋਸ਼, ਦੇਸ਼ ਨਹੀਂ ਦੋਸ਼। ਗੁਲਾਬ ਰਾਏ, ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਇਹਦਾ ਵੱਡਾ ਦੋਸ਼ ਲੱਗੇਗਾ ਤੁਹਾਨੂੰ।
ਭਲੇ ਕਰਮ ਕੋ ਦੂਰ ਬਿਦਾਰੇ। ਭਲੇ ਕਰਮ ਤੁਸਾਂ ਵਿਸਾਰ ਦਿੱਤੇ, ਭੁਲਾ ਦਿੱਤੇ ਐ। ਕਿਉ ਅਪਰਾਧ ਵਿਸਾਲ ਕਮਾਵੇ। ਕਿਉਂ ਏਡਾ ਵੱਡਾ ਅਪਰਾਧ ਕਮਾ ਰਹੇ ਹੋ? ਬੈਠ ਅਪਰਥਲ ਲਿਹੋ ਧਨ ਆਵੇ। ਹੋਰ ਥਾਂ ਤੇ ਬਹਿ ਜਾਓ, ਤੁਹਾਨੂੰ ਬੈਠਣ ਤੋਂ ਰੋਕਦਾ ਕੌਣ ਹੈ? ਤੁਸੀਂ ਗੱਦੀ ਲਾ ਕੇ ਬਹਿਣਾ ਬੈਠੋ, ਪਰ ਗੁਰੂ ਸਥਾਨ ਤੇ ਨਾ ਬੈਠੋ, ਹੋਰ ਸਥਾਨ ਤੇ ਬੈਠ ਜਾਓ। ਸੰਗਤਾਂ ਤੁਹਾਡੀ ਪੂਜਾ ਕਰਦੀਆਂ, ਤੁਸੀਂ ਆਪਣੀ ਪੂਜਾ ਕਰਵਾਓ। ਸੁਨਤ ਗੁਲਾਬ ਰਾਏ ਖਿਜ ਮਹਾ। ਪਰ ਜਦੋਂ ਕੁਝ ਮਾਨ ਸਨਮਾਨ ਮਿਲਦਾ ਹੈ ਨਾ ਜੀਵ ਨੂੰ, ਤੇ ਫਿਰ ਹੰਕਾਰ ਵੀ ਥਾਪੜੀ ਮਾਰਦਾ। ਅਹੰਕਾਰ ਦੇ ਘੋੜੇ ਤੇ ਅਸਵਾਰ ਗੁਲਾਬ ਰਾਏ ਕ੍ਰੋਧ ਵਿੱਚ ਖਿਝ ਕੇ ਬੋਲਿਆ, ਬੋਲਿਓ ਤੂੰ ਜਾਣਤ ਹੈ ਕਹਾਂ। ਲੱਗਾ ਗੁਰਬਖਸ਼ ਸਾਧੂ ਨੂੰ, ਤੂੰ ਕੀ ਜਾਣਦਾ ਹੈ? ਤੁਸੀਂ ਵੀ ਨਹੀਂ ਸ਼ਬਦ ਨਿਕਲਿਆ ਮੂੰਹ, ਤੂੰ ਕਹਿ ਕੇ ਹੋਇਆ, ਤੂੰ ਕੀ ਜਾਣਦਾ ਸਾਧਾ? ਹੈ ਫਕੀਰ ਜਾਣੈ ਸੁਧ ਸੋਈ। ਤੂੰ ਫਕੀਰ ਹੈ, ਤੈਨੂੰ ਫਕੀਰੀ ਦੀ ਸਮਝ ਹੋਵੇਗੀ, ਗੁਰੂ ਦੀ ਸਮਝ ਤੂੰ ਕੀ ਰੱਖਦਾ ਹੈ? ਗੁਰੂਆਂ ਕੀ ਸੂਝਤ ਨਹਿ ਕੋਈ। ਗੁਰੂਆਂ ਦੀ ਤੈਨੂੰ ਕੋਈ ਸੋਝੀ ਨਹੀਂ ਹੈ, ਗੁਰੂਆਂ ਦਾ ਤੈਨੂੰ ਕੋਈ ਪਤਾ ਨਹੀਂ ਹੈ। ਸਾਧਾ ਤੂੰ ਆਪਣੇ ਮਤੇ 'ਚ ਰਹਿ। ਟੂਟ ਹੈ ਘੁੰਗਟ ਕੋ ਮਤ ਤੇਰੋ। ਤੇਰੀ ਮਤ ਦਾ ਘੁੰਡ ਜਿਹੜਾ ਨਾ ਟੁੱਟ ਜਾਵੇਗਾ। ਗੁਰੂਆਂ ਅੱਗੇ ਬੋਲਦਾ, ਇਉਂ ਨਿਰਾਦਰੀ ਕੀਤੀ, ਗੁਰਬਖਸ਼ ਸਾਧੂ ਦਾ ਅਪਮਾਨ ਕੀਤਾ। ਹਮਰੀ ਦੇਸ਼ਾ ਕਿਆ ਕਰ ਹੈ ਝੇਰੋ। ਗੁਲਾਬ ਰਾਏ ਕਹਿੰਦਾ ਸਾਡੇ ਨਾਲ ਕਿਉਂ ਝਗੜਾ ਕਰਦਾ? ਜਾ ਸਾਧਾ ਚਲਿਆ ਜਾ ਇੱਥੋਂ। ਸੋਨ ਗੁਰਬਖਸ਼ ਕ੍ਰੋਧ ਔਰ ਧਾਰਾ। ਆਪਣੇ ਹੋਏ ਅਪਮਾਨ ਦਾ ਰੰਜ ਨਹੀਂ ਆਇਆ ਮਨ ਵਿੱਚ, ਆਪਣੀ ਹੋਈ ਨਿਰਾਦਰੀ ਦਾ ਕ੍ਰੋਧ ਨਹੀਂ ਆਇਆ ਮਨ ਵਿੱਚ, ਪਰ ਗੁਰਾਂ ਦੀ ਸਦਰਸ਼ਤਾ ਕਰਦੇ ਹੋਏ ਨੂੰ ਵੇਖ, ਗੁਰੂ ਦੀ ਬਰਾਬਰੀ ਕਰਦੇ ਹੋਏ ਨੂੰ ਵੇਖ, ਗੁਰਬਖਸ਼ ਸਾਧੂ ਦਾ ਹਿਰਦਾ ਕ੍ਰੋਧ ਵਿੱਚ ਭਰ ਆਇਆ। ਤੇ ਗੁਰਬਖਸ਼ ਸਾਧੂ ਕਹਿਣ ਲੱਗਾ, ਕਰੋ ਸਮੁਖ ਇਮ ਸਰਾਪ ਉਚਾਰਾ। ਸਾਹਮਣੇ ਖਲੋ ਕੇ ਗੁਲਾਬ ਰਾਏ ਨੂੰ ਕਹਿਣ ਲੱਗਾ, ਕੇਤਕ ਦਿਨ ਮਹਿ ਬੰਸ ਬਹੀਨਾ। ਕਿੰਨੇ ਕੁ ਦਿਨਾਂ ਵਿੱਚ ਤੂੰ ਬੰਸ ਤੋਂ ਵਿਹੀਣ ਹੋ ਜਾਵੇਂਗਾ। ਗੁਲਾਬ ਰਾਏ ਤੇਰੀ ਅੰਸ਼ ਵੰਸ਼ ਨਹੀਂ ਰਵੇਗੀ। ਰਹਿ ਨਾ ਕਿਉ ਹੋ ਮਾਰ ਹੋਏ ਸ਼ੀਨਾ। ਤੇ ਤੂੰ ਵੀ ਮਰ ਜਾਵੇਂਗਾ, ਤੇਰਾ ਵੀ ਕੁਝ ਨਹੀਂ ਬਚੇਗਾ, ਤੂੰ ਵੀ ਮਰ ਜਾਵੇਂਗਾ, ਤੇਰੀ ਅੰਸ਼ ਵੰਸ਼ ਵੀ ਜਿਹੜੀ ਹੈ ਉਹ ਨਾਸ ਹੋ ਜਾਵੇਗੀ। ਦੇ ਕਰ ਸਰਾਪ ਸੋ ਕੀਨ ਅਨਾਦਰ। ਇਸ ਤਰ੍ਹਾਂ ਸ਼ਰਾਪ ਦੇ ਦਿੱਤਾ, ਨਿਰਾਦਰੀ ਕੀਤੀ ਸੀ ਨਾ, ਤੇ ਉਹ ਫਲ ਸਰੂਪ ਗੁਲਾਬ ਰਾਏ ਨੂੰ ਮਿਲਿਆ ਤੇ ਸ਼ਰਾਪ ਦੇ ਦਿੱਤਾ ਗੁਰਬਖਸ਼ ਸਾਧੂ ਨੇ। ਫਿਰਿਓ ਥਾਨ ਸ਼੍ਰੀ ਤੇਗ ਬਹਾਦਰ। ਤੇ ਚਲੇ ਗਏ ਗੁਲਾਬ ਰਾਏ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਦੀ ਸੇਵਾ ਸੰਭਾਲ ਵਿੱਚ ਜੁਟ ਗਏ। ਸਰਾਪ ਸਾਧਕਉ ਤਤ ਛਿਨ ਹੋਇਓ। ਉਹ ਵੀ ਪੂਰਨ ਸਾਧੂ ਸੀ, ਫਿਰ ਗੁਰ ਸਥਾਨ ਦਾ ਸੇਵਾਦਾਰ ਸੀ, ਤੇ ਕਿਵੇਂ ਨਾ ਬਚਨ ਭਲਾ ਸੱਤਿ ਹੁੰਦਾ। ਭਾਵੇਂ ਗੁਲਾਬ ਰਾਏ ਵੀ ਗੁਰੂ ਕੋਲ ਹੀ ਕਿਉਂ ਨਾ ਹੋਵੇ, ਪਰ ਗੁਰਬਖਸ਼ ਸਾਧੂ ਵੀ ਤਕੜੀ ਸ਼ਕਤੀ ਸੀ, ਗੁਰਾਂ ਦੀ ਬਖਸ਼ਿਸ਼ ਦਾ ਨਿਵਾਜਿਆ ਹੋਇਆ ਸੀ। ਤੇ ਜਿਵੇਂ ਬਚਨ ਆਉਂਦੇ ਆ ਨਾ, ਇੱਕ ਸਾਧ ਬਚਨ ਅਟ ਲਾਧਾ, ਤੇ ਗੁਲਾਬ ਰਾਏ ਦਾ ਵਚਨ ਸਤਿ ਹੋਇਆ। ਜਿਹੜਾ ਗੁਰਬਖਸ਼ ਸਾਧੂ ਨੇ ਗੁਲਾਬ ਰਾਏ ਨੂੰ ਸ਼ਰਾਪ ਦਿੱਤਾ ਸੀ ਨਾ, ਉਹ ਸਤਿ ਹੋਇਆ। ਲਾਭ ਮੂਲ ਕੋ ਸਭ ਹੀ ਖੋਇਓ। ਮੂਲ ਵੀ ਸਾਰਾ ਗਵਾ ਲਿਆ ਤੇ ਲਾਭ ਵੀ ਨਾਸ ਹੋ ਗਿਆ। ਲਾਭ ਲੈਣਾ ਤੇ ਕਿਧਰੇ ਰਿਹਾ, ਮੂਲ ਵੀ ਖੁੱਸ ਗਿਆ। ਭਾਵ ਗੁਲਾਬ ਰਾਏ ਦਾ ਵੀ ਅੰਤ ਹੋ ਗਿਆ, ਗੁਲਾਬ ਰਾਏ ਵੀ ਮਰ ਗਿਆ। ਬੜੀ ਅਪਮਾਨ, ਨਿਰਾਦਰ ਵੀ ਹੋਇਆ। ਪਹਿਲਾਂ ਤੇ ਨਿਰਾਦਰੀ ਬੜੀ ਹੋਈ ਗੁਲਾਬ ਰਾਏ ਦੀ, ਫਿਰ ਮਰ ਗਿਆ, ਰੋਗ ਲੱਗ ਗਿਆ ਸਰੀਰ ਨੂੰ। ਉਪਰੰਤ ਇਹਦੀ ਸੰਤਾਨ ਸੀ, ਪੁੱਤਰ ਸੀ ਇਹਦੇ, ਉਹ ਵੀ ਮਰ ਗਏ। ਇਸ ਤਰ੍ਹਾਂ ਵੀ ਆਉਂਦਾ ਕਿ ਗੁਲਾਬ ਰਾਏ ਦੀ ਪਤਨੀ ਨੇ ਇੱਕ ਗੋਦ ਲੈ ਕੇ ਪੁੱਤਰ ਪਾਲਿਆ, ਉਹ ਵੀ ਨਹੀਂ ਰਿਹਾ, ਉਹ ਵੀ ਮਰ ਗਿਆ। ਉਹ ਬਚਨ ਸਾਧੇ ਹੋਏ ਬਾਬਾ ਗੁਰਬਖਸ਼ ਸਾਧੂ ਦੇ। ਗਾਂ ਕੋਈ ਦੀਪਕ ਜਗਾਉਣ ਵਾਲਾ ਕੁਲ ਚ ਰਿਹਾ ਹੀ ਨਹੀਂ। ਜੇ ਸੋਢੀਆਂ ਦੀ ਵੰਸ਼ ਬਚੀ ਹੈ ਨਾ, ਇਹ ਮਗਰੋਂ ਬੜੀ ਸਰਕਾਰ ਕਰਕੇ ਇੱਥੇ ਹਵੇਲੀ ਵਿੱਚ ਸੋਢੀ
ਇੱਥੇ ਆਪਣਾ ਜਿਹੜਾ ਉਹ ਰਹਿੰਦੇ ਰਹੇ ਅਨੰਦਪੁਰ ਸਾਹਿਬ ਨਗਰੀ ਜਾਂ ਹੁਣ ਵੀ ਕੀਰਤਪੁਰ ਸਾਹਿਬ ਨਗਰੀ ਜਾਂ ਹੋਰ ਸਥਾਨਾਂ ਤੇ ਹਨ ਬਾਬਾ ਸੂਰਜਮਲ ਜੀ ਦੇ ਵੰਸ਼ਜ ਸੋਢੀ, ਤੋ ਉਹ ਬਾਬਾ ਸਿਆਮਦਾਸ ਜੀ ਦੇ ਵੰਸ਼ ਜਾਣਗੇ। ਗੁਲਾਬ ਰਾਏ ਦੀ ਵੰਸ਼ ਨਹੀਂ ਬਚੀ ਕੋਈ ਵੀ। ਜਿਹੜੇ ਹੁਣ ਬਾਕੀ ਦੇ ਸੋਢੀ ਹਨਗੇ ਨਾ, ਉਹ ਸਾਰੇ ਹੀ ਬਾਬਾ ਸਿਆਮਦਾਸ ਜੀ ਦੇ ਵੰਸ਼ ਜਾਣਗੇ। ਬਾਬਾ ਗੁਲਾਬ ਰਾਏ ਜੀ ਦਾ ਕੋਈ ਪੁੱਤਰ ਨਹੀਂ ਬਚਿਆ। ਭਇਓ ਬਿਨਾਸ਼ ਥਿਰਿਓ ਨਹਿ ਸੋਈ। ਨਹੀਂ ਟਿਕ ਸਕਿਆ, ਰਿਹਾ ਨਹੀਂ, ਭਾਵ ਨਾਸ ਹੋ ਗਿਆ ਗੁਲਾਬ ਰਾਏ ਦਾ। ਗੁਰੂ ਬਾਕ ਸਫਲਿਓ ਏਮ ਹੋਈ। ਇਸ ਤਰ੍ਹਾਂ ਸਤਿਗੁਰਾਂ ਦਾ ਵਾਕ ਸਫਲ ਹੋਇਆ, ਸਤਿ ਹੋਇਆ ਤੇ ਗੁਰੂ ਵੀ ਬਣ ਗਿਆ। ਤੇ ਪਰ ਹਉਮੈ ਕਾਰਨ ਆਪਣਾ ਆਪ ਨਾਸ ਕਰਵਾ ਲਿਆ। ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜੇ ਬਾਲਕ ਅਵਸਥਾ ਵਿੱਚ ਖੇਲ ਕਰਦਿਆਂ ਬਚਨ ਕੀਤੇ ਸਨ, ਉਹ ਸੱਤਿਅ ਹੋਏ, ਪਰ ਸੱਤਿਅ ਹੋਏ ਸੰਭਾਲੇ ਨਾ ਗਏ। ਹਉਮੈ ਕਾਰਨ ਆਪਣਾ ਤੇ ਆਪਣੀ ਵੰਸ਼ ਦਾ ਜਿਹੜਾ ਉਹ ਗੁਲਾਬ ਰਾਏ ਨੇ ਨਾਸ ਕਰਵਾ ਲਿਆ। ਸੋ ਇਹ ਸਾਰਾ ਪ੍ਰਸੰਗ ਗੁਰੂ ਪਿਆਰਿਓ ਅੱਗੇ ਅਖੀਰ ਵਿੱਚ ਗ੍ਰੰਥ ਦੇ ਆਵੇਗਾ ਵੀ। ਕਵੀ ਜੀ ਸਾਰਾ ਇੱਥੋਂ ਦਾ ਪ੍ਰਸੰਗ ਦੱਸਣਗੇ ਵੀ। ਸੋ ਹੁਣ ਤਾਂ ਸੰਖੇਪ ਰੂਪ ਵਿੱਚ ਜਿਹੜਾ ਇਤਿਹਾਸ ਹੈ ਉਹ, ਕਿਉਂਕਿ ਬਾਲਕਾਂ ਨਾਲ ਮਿਲ ਕੇ ਖੇਲਦਿਆਂ ਗੁਰਾਂ ਦੀ ਦਸਤਾਰ ਲੈ ਕੇ ਗੁਲਾਬ ਰਾਏ ਭੱਜ ਗਿਆ, ਉਹਦੇ ਨਾਲ ਜੁੜੇ ਹੋਏ ਹੋਣੇ ਕਰਕੇ ਸੰਖੇਪ ਰੂਪ ਵਿੱਚ ਥੋੜ੍ਹਾ ਪ੍ਰਸੰਗ ਕਵੀ ਜੀ ਨੇ ਇੱਥੇ ਆਪਾਂ ਨੂੰ ਸਰਵਣ ਕਰਵਾਇਆ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਭਇਓ ਬਿਨਾਸ਼ ਥਿਰਿਓ ਨਹਿ ਸੋਈ। ਗੁਰੂ ਬਾਕ ਸਫਲਿਓ ਏਮ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।